ਹੈਲੋ एवरीवन ਅੱਜ ਆਪਾਂ ਕਰਾਂਗੇ ਇੰਗਲਿਸ਼ NCERT ਕਲਾਸ 6 ਦੀ ਇੱਕ ਪੋਇਮ ਵਾਟ ਇਫ ਜਿਹੜੀ ਕਿ ਲਿਖੀ ਗਈ ਹੈ ਸ਼ੈਲ ਸਿਲਵਰਸਟਨ ਦੁਆਰਾ। ਇਹ ਜਿਹੜੀ ਪੋਇਮ ਹੈ ਇੱਕ ਯੰਗ ਗਰਲ ਦੇ ਬਾਰੇ ਹੈ ਜਿਹਦੇ ਕਿ ਮਨ ਦੇ ਵਿੱਚ ਬਹੁਤ ਸਾਰੇ ਖਿਆਲਾਤ ਆਉਂਦੇ ਰਹਿੰਦੇ ਹੈ ਅਤੇ ਉਹਨਾਂ ਖਿਆਲਾਤਾਂ ਨੂੰ ਸੋਚ ਕੇ ਉਹਨੂੰ ਡਰ ਲੱਗਦਾ ਰਹਿੰਦਾ। ਸੋ ਪਹਿਲਾਂ ਆਪਾਂ ਪ੍ਰੀਫੇਸ ਪੜ੍ਹਦੇ ਹਾਂ। ਆਰ ਦੇਅਰ ਟਾਈਮਸ ਵੈਨ ਯੂਅਰ ਮਾਈਂਡ ਫਿਲ ਵਿਦ ਫੀਅਰ ਕਿ ਤੁਹਾਡੇ ਵੀ ਮਨ ਦੇ ਵਿੱਚ ਕਦੇ ਕਦਾਈ ਡਰ ਆਉਂਦੇ ਨੇ। ਹਾਈ ਐਵਰ ਯੂ ਥੋਟ ਵਟ ਇਫ ਸਮਵਨ ਜਾਂ ਸਮਥਿੰਗ ਡੇਂਜਰਸ ਹੈਪਨ ਟੂ ਮੀ ਔਰ ਦ ਪੀਪਲ ਅਰਾਊਂਡ ਮੀ। ਕਦੇ ਤੁਸੀਂ ਵੀ ਸੋਚਿਆ ਕਿ ਤੁਹਾਡੇ ਮਨ 'ਚ ਵੀ ਇਹ ਡਰ ਆਉਂਦਾ ਕਿ ਕਦੇ ਮੇਰੇ ਨਾਲ ਕੁਝ ਡੇਂਜਰਸ ਹੋ ਗਿਆ, ਕੁਝ ਖਤਰਨਾਕ ਹੋ ਗਿਆ, ਜਾਂ ਮੇਰੇ ਆਸ-ਪਾਸ ਜੋ ਲੋਕ ਰਹਿੰਦੇ ਨੇ ਉਹਨਾਂ ਨਾਲ ਕੁਝ ਮਿਸ ਹੈਪਨਿੰਗ ਹੋ ਗਈ ਤਾਂ ਕੀ ਹੋਏਗਾ। ਵਟ ਇਫ ਦ ਵਰਲਡ ਸਟੋਪ ਰਿਵੋਲਵਿੰਗ ਅਰਾਊਂਡ ਦ ਸਨ। ਜੇਕਰ ਸਾਡੀ ਧਰਤੀ ਸੂਰਜ ਦੁਆਲੇ ਘੁੰਮਣਾ ਛੱਡ ਦੇਵੇ ਤਾਂ ਕੀ ਹੋਵੇਗਾ। ਵਟ ਇਫ ਦ ਸਨ ਡਜ਼ ਨੋਟ ਰਾਈਜ਼ ਇਨ ਦ ਮੋਰਨਿੰਗ। ਤੁਸੀਂ ਕਿਸੇ ਸਵੇਰ ਉੱਠੋ ਅਤੇ ਸੂਰਜ ਹੀ ਨਾ ਨਿਕਲਿਆ ਹੋਵੇ। ਹੇਅਰ ਇਜ਼ ਅ ਪੋਇਮ ਵਿਚ ਟਾਕਸ ਅਬਾਊਟ ਸਮ ਮੋਰ ਸੱਚ ਵਾਟ ਇਫਸ। ਅਤੇ ਅਸੀਂ ਅੱਜ ਇੱਕ ਐਸੀ ਪੋਇਮ ਪੜ੍ਹਨ ਜਾ ਰਹੇ ਹਾਂ ਜਿਹੜੀ ਕਿ ਇੱਦਾਂ ਹੀ ਤਰ੍ਹਾਂ ਦੇ ਬਹੁਤ ਸਾਰੇ ਵਾਟ ਇਫਸ ਦੇ ਬਾਰੇ ਗੱਲਬਾਤ ਕਰਦੀ ਹੈ। ਸੋ ਲੈਟਸ ਸਟਾਰਟ ਆਰ ਪੋਇਮ। Last night, while I lay thinking here, some what ifs crawled inside my ear and pronounced and parted all night long, sang their same old what if songs. ਕਹਿੰਦੀ ਕਿ ਲਾਸਟ ਨਾਈਟ ਮੈਂ ਲੇਟੀ ਹੋਈ ਸੀ। ਲੇ ਦਾ ਮਤਲਬ ਕੀ ਹੁੰਦਾ ਆ, ਲੇਟਣਾ। ਕਿ ਮੈਂ ਲੇਟੀ ਹੋਈ ਸੀ ਅਤੇ ਮੇਰੇ ਕੰਨਾਂ ਦੇ ਵਿੱਚ, ਈਅਰ ਕੀ ਹੁੰਦੇ ਨੇ, ਕੰਨਾਂ ਦੇ ਵਿੱਚ ਕਰਾਊਲ ਕਰਦੇ ਹੋਏ, ਕਰਾਊਲ ਹੁੰਦਾ ਹੈ ਹੌਲੀ ਹੌਲੀ ਆਉਣਾ। ਕੁਛ ਵਾਟ ਇਫਸ, ਕੁਛ ਵਿਚਾਰ ਮੇਰੇ ਕੰਨਾਂ ਦੇ ਵਿੱਚ ਆ ਕੇ ਹੌਲੀ ਹੌਲੀ ਗੂੰਜਣ ਲੱਗੇ। ਪ੍ਰਾਂਸ ਕੀ ਹੁੰਦਾ, ਉਛਲ ਕੂਦ ਕਰਨਾ। ਪਾਰਟਲ ਮਤਲਬ ਡਾਂਸ। ਅਤੇ ਸਾਰੀ ਰਾਤ ਮੇਰੇ ਕੰਨਾਂ ਦੇ ਆਸ ਪਾਸ ਉਹ ਉਛਲ ਕੂਦ ਕਰਦੇ ਰਹੇ, ਡਾਂਸ ਕਰਦੇ ਰਹੇ। ਅਤੇ ਡਾਂਸ ਕਿਉਂ ਕਰ ਰਹੇ ਸੀ, ਕਿਉਂਕਿ ਉਹੀ ਸੇਮ ਵਾਟ ਇਫ ਸੌਂਗ ਜਿਹੜੇ ਨੇ ਉਹਦੇ ਆਸ ਪਾਸ ਚੱਲ ਰਹੇ ਸੀ। ਮਤਲਬ ਕਿ ਉਹਦੇ ਮਾਇੰਡ ਦੇ ਵਿੱਚ ਵਿਚਾਰ ਆਉਣੇ ਸ਼ੁਰੂ ਹੋ ਗਏ ਸੀਗੇ ਜਦੋਂ ਹੀ ਉਹ ਰਾਤ ਨੂੰ ਬੈੱਡ ਦੇ ਉੱਪਰ ਲੇਟੀ ਕਿ ਅਗਰ ਮੇਰੀ ਲਾਈਫ ਦੇ ਵਿੱਚ ਇੱਦਾਂ ਹੋ ਜਾਏ ਤਾਂ ਕੀ ਹੋਏਗਾ, ਅਗਰ ਮੈਂ ਕਿਤੇ ਜਾਵਾਂ, ਕੁਛ ਮੇਰੇ ਨਾਲ ਗਲਤ ਹੋ ਜਾਏਗਾ ਤਾਂ ਕੀ ਹੋਏਗਾ। ਅਤੇ ਇਹ ਵਾਲਾ ਸੌਂਗ ਜਿਹੜੇ ਆ ਉਹਦੇ ਮਾਇੰਡ ਵਿੱਚ ਆਉਣੇ ਸ਼ੁਰੂ ਹੋ ਗਏ। ਵਾਟ ਇਫ ਆਈ ਐਮ ਡੰਬ ਇਨ ਸਕੂਲ, ਵਾਟ ਇਫ ਆਈ ਹੈਵ ਕਲੋਜ਼ ਅ ਸਵਿਮਿੰਗ ਪੂਲ। ਡੰਬ ਕੀ ਹੁੰਦਾ ਆ, ਡੰਬ ਦਾ ਮਤਲਬ ਹੁੰਦਾ ਆ ਗੂੰਗੇ ਹੋ ਜਾਣਾ। ਡੰਬ ਦਾ ਮਤਲਬ ਹੁੰਦਾ ਗੂੰਗੇ ਹੋ ਜਾਣਾ। ਕਿ ਕੀ ਹੋਵੇ, ਤੁਸੀਂ ਇਸ ਪਿਕਚਰ ਨੂੰ ਦੇਖ ਸਕਦੇ ਹੋ, ਕੀ ਹੋਵੇ ਅਗਰ ਸਾਰੇ ਬੱਚੇ ਜਿਹੜੇ ਆ ਬੋਲਦੇ ਰਹਿਣ ਅਤੇ ਮੈਂ ਜਿਹੜੀ ਇਕੱਲੀ ਹਾਂ ਉਹ ਚੁੱਪ-ਚਾਪ ਖੜੀ ਰਹਾਂ। ਠੀਕ ਹੈ, ਅਗਰ ਐਸਾ ਹੋ ਜਾਏਗਾ ਤਾਂ ਕੀ ਹੋਊਗਾ। ਜਾਂ ਫਿਰ ਵਾਟ ਇਫ ਆਈ ਹੈਵ ਕਲੋਜ਼ ਦ ਸਵਿਮਿੰਗ ਪੂਲ। ਜੇਕਰ ਮੈਂ ਕਦੇ ਸਵਿਮਿੰਗ ਪੂਲ ਦੇ ਵਿੱਚ ਜਾਵਾਂ ਸਵਿਮਿੰਗ ਕਰਨ ਦੇ ਲਈ ਅਤੇ ਸਵਿਮਿੰਗ ਪੂਲ ਜਿਹੜਾ ਹੈ ਉਹ ਬੰਦ ਕਰ ਦਿੱਤਾ ਜਾਵੇ ਤਾਂ ਮੇਰੇ ਨਾਲ ਕੀ ਹੋਵੇਗਾ। ਮੈਂ ਉੱਥੇ ਬੰਦ ਹੋ ਗਈ ਤਾਂ ਕੀ ਹੋਵੇਗਾ ਮੇਰੇ ਨਾਲ। ਇਹ ਸਭ ਕੁਝ ਉਹ ਸੋਚਦੀ ਹੈ। ਨੈਕਸਟ ਦੇਖੋ, ਵਾਟ ਇਫ ਆਈ ਗੈਟ ਬੀਟ ਅਪ, ਵਾਟ ਇਫ ਦੇਰ ਇਜ਼ ਪੋਇਜ਼ਨ ਇਨ ਮਾਈ ਕੱਪ। ਜੇਕਰ ਮੈਨੂੰ ਬੱਚਿਆਂ ਨੇ ਫੜ ਕੇ ਕੁੱਟ ਦਿੱਤਾ ਤਾਂ ਕੀ ਹੋਵੇਗਾ। ਜਾਂ ਫਿਰ ਕਿਸੇ ਨੇ ਮੇਰੇ ਕੱਪ ਦੇ ਵਿੱਚ ਜ਼ਹਿਰ ਮਿਲਾ ਦਿੱਤੀ ਤਾਂ ਕੀ ਹੋਵੇਗਾ, ਮੈਂ ਤਾਂ ਮਰ ਜਾਵਾਂਗੀ, ਹੈ ਨਾ। ਤਾਂ ਫਿਰ ਮੇਰੀ ਲਾਈਫ ਕਿੱਦਾਂ ਦੀ ਹੋਵੇਗੀ। ਉਹ ਇਹ ਸਭ ਕੁਝ ਸੋਚਦੀ ਰਹਿੰਦੀ ਹੈ ਰਾਤ ਨੂੰ ਪਏ ਹੋਏ। ਵਾਟ ਇਫ ਆਈ ਸਟਾਰਟ ਟੂ ਕਰਾਈ, ਵਾਟ ਇਫ ਆਈ ਗੈਟ ਸਿਕ ਐਂਡ ਡਾਈ। ਜੇਕਰ ਮੈਂ ਇਕੱਲੀ ਬੈਠੀ ਰੋਂਦੀ ਰਹਾਂ, ਮੈਨੂੰ ਕੋਈ ਕੁਛ ਪੁੱਛੇ ਹੀ ਨਾ, ਤਾਂ ਮੇਰੀ ਲਾਈਫ ਕਿੱਦਾਂ ਦੀ ਹੋਵੇਗੀ। ਜਾਂ ਫਿਰ ਕਦੇ ਇੱਦਾਂ ਹੋਵੇ ਕਿ ਮੈਂ ਸਿੱਕ ਹੋ ਜਾਵਾਂ ਅਤੇ ਮਰ ਜਾਵਾਂ, ਕਿ ਮੈਂ ਮਰ ਜਾਵਾਂ ਤਾਂ ਕੀ ਹੋਵੇਗਾ। ਇੱਦਾਂ ਦੇ ਵਿਚਾਰ ਉਹਦੇ ਮਨ ਵਿੱਚ ਆ ਰਹੇ ਨੇ। ਨੈਕਸਟ, ਵਾਟ ਇਫ ਆਈ ਫਲੰਕ ਦੈਟ ਟੈਸਟ, ਵਾਟ ਇਫ ਆਈ ਗ੍ਰੀਨ ਹੇਅਰ ਗਰੋ ਔਨ ਮਾਈ ਚੈਸਟ। ਹੀ ਯੂ ਕੈਨ ਸੀ ਮਾਰਕ ਐਫ। ਫਲੰਕ ਦਾ ਮੀਨਿੰਗ ਕੀ ਹੁੰਦਾ ਹੈ, ਫੇਲ, ਟੂ ਗੋਟ ਫੇਲ ਇਨ ਸਮਥਿੰਗ। ਕਿ ਅਗਰ ਮੈਂ ਕਿਸੇ ਟੈਸਟ ਦੇ ਵਿੱਚ ਫੇਲ ਹੋ ਜਾਵਾਂ ਤਾਂ ਕੀ ਹੋਵੇਗਾ। ਅਗਰ ਗ੍ਰੀਨ ਹੇਅਰ ਗਰੋ ਕਰ ਜਾਣ ਮੇਰੀ ਚੈਸਟ ਦੇ ਉੱਪਰ, ਮੇਰੀ ਚੈਸਟ ਦੇ ਉੱਪਰ ਅਗਰ ਗ੍ਰੀਨ ਹੇਅਰਸ ਗਰੋ ਕਰ ਜਾਣ ਤਾਂ ਕੀ ਹੋਏਗਾ। ਨੈਕਸਟ, ਵਾਟ ਇਫ ਨੋਬਡੀ ਲਾਈਕਸ ਮੀ, ਵਾਟ ਇਫ ਅ ਬੋਲਟ ਆਫ ਲਾਈਟ ਸਟ੍ਰਾਈਕਨਿੰਗ ਮੀ। ਕਿ ਅਗਰ ਮੈਂ ਇਕੱਲੀ ਖੜੀ ਰਹਾਂ, ਬਾਕੀ ਸਾਰੇ ਬੱਚੇ ਆਪਸ 'ਚ ਗੱਲਬਾਤ ਕਰਨ, ਇੱਕ ਦੂਜੇ ਨੂੰ ਲਾਈਕ ਕਰਨ, ਉਹਨਾਂ ਨਾਲ ਫਰੈਂਡਸ਼ਿਪਸ ਕਰਨ, ਲੇਕਿਨ ਮੈਂ ਇਕੱਲੀ ਖੜੀ ਰਹਾਂ, ਕੋਈ ਮੈਨੂੰ ਪਸੰਦ ਹੀ ਨਾ ਕਰੇ। ਵਾਟ ਇਫ ਅਗਰ
ਲਾਈਟ ਜਿਹੜੀ ਆ ਉਹ ਮੇਰੇ 'ਤੇ ਸਟਰਾਈਕ ਕਰ ਜਾਵੇ। ਇਹ ਦੇਖੋ ਖੜੀ ਹੋਈ ਹੈ, ਉੱਪਰੋਂ ਲਾਈਟ ਪੈ ਰਹੀ ਹੈ ਕਿ ਜੇਕਰ ਮੇਰੇ ਉੱਪਰ ਬਿਜਲੀ ਗਿਰ ਜਾਵੇ ਤਾਂ ਕੀ ਹੋਵੇਗਾ। ਇੱਦਾਂ ਦੇ ਖਿਆਲਾਤ ਉਹਦੇ ਮਨ ਵਿੱਚ ਆਉਂਦੇ ਰਹਿੰਦੇ ਨੇ। ਵਾਟ ਇਫ ਆਈ ਡੋਂਟ ਗਰੋ ਟਾਲਰ, ਵਾਟ ਇਫ ਆਈ ਡੋਂਟ ਗਰੋ ਟਾਲਰ। See, she is measuring her height that ਅੱਜ ਉਹ ਇੰਨੀ ਲੰਬੀ ਹੋ ਗਈ ਹੈ, ਇਸ ਤੋਂ ਬਾਅਦ ਅਗਰ ਉਹਦੀ ਹਾਈਟ ਗਰੋ ਹੀ ਨਾ ਕਰੇ ਤਾਂ ਕੀ ਹੋਵੇਗਾ। ਅਗਰ ਮੈਨੂੰ ਹੇਅਰ ਫੋਲ ਹੋ ਜਾਵੇ, ਮੇਰੇ ਜਿਹੜੇ ਹੇਅਰਸ ਨੇ ਉਹ ਕਦੇ ਆਉਣ ਹੀ ਨਾ, ਜਾਂ ਮੇਰਾ ਜਿਹੜਾ ਹੈਡ ਹੈ ਉਹ ਛੋਟਾ ਹੋ ਜਾਵੇ, ਬਿਲਕੁਲ ਸਮਾਲ ਹੋ ਜਾਵੇ, ਮੇਰੀ ਪੂਰੀ ਬਾਡੀ ਜਿਹੜੀ ਉਹ ਵੱਧ ਜਾਵੇ ਲੇਕਿਨ ਮੇਰੇ ਹੇਅਰਸ ਜਿਹੜੇ ਨੇ ਉਹ ਛੋਟੇ ਰਹਿ ਜਾਣ ਤਾਂ ਕੀ ਹੋਵੇਗਾ। What if the fish won't turn bite? What if the wind tear up my kite? ਜੇਕਰ ਮੈਂ ਫਿਸ਼ਿੰਗ ਲਈ ਜਾਵਾਂ, ਇਸ ਫਿਸ਼ਿੰਗ ਰੋਡ, ਅਗਰ ਮੈਂ ਫਿਸ਼ਿੰਗ ਲਈ ਜਾਵਾਂ ਅਤੇ ਫਿਸ਼ ਕੋਈ ਮੇਰੇ ਕੋਲ ਪਕੜੀ ਹੀ ਨਾ ਜਾਵੇ ਤਾਂ ਕੀ ਹੋਵੇਗਾ, ਜਾਂ ਫਿਸ਼ ਮੈਨੂੰ ਬਾਈਟ ਕਰ ਲਵੇ ਕੀ ਹੋਵੇਗਾ। ਅਗਰ ਹਵਾ ਚੱਲਣ ਦੇ ਨਾਲ ਮੇਰੀ ਕਾਈਟ ਫਟ ਜਾਏ ਤਾਂ ਕੀ ਹੋਵੇਗਾ। ਠੀਕ ਹੈ, ਤੁਸੀਂ ਦੇਖ ਸਕਦੇ ਹੋ ਇੱਕ ਬਹੁਤ ਛੋਟੀਆਂ ਛੋਟੀਆਂ ਜਿਹੀਆਂ ਗੱਲਾਂ ਨੇ ਲੇਕਿਨ ਉਹਨਾਂ ਨੂੰ ਇਹਦੀ ਵੀ ਟੈਨਸ਼ਨ ਹੋਈ ਜਾ ਰਹੀ ਹੈ। What if they started a war? What if my parents get divorced? ਅਗਰ ਮੇਰੇ ਪੇਰੈਂਟਸ ਦੇ ਵਿੱਚ ਲੜਾਈ ਹੋ ਜਾਵੇ, ਉਹਨਾਂ ਦੇ ਡਿਵੋਰਸ ਹੋ ਜਾਵੇ ਤਾਂ ਕੀ ਹੋਵੇਗਾ। ਉਹ ਇਹ ਸਭ ਕੁਝ ਸੋਚਦੀ ਹੈ ਕਿ ਮੇਰਾ ਉਸ ਟਾਈਮ ਕੀ ਬਣੇਗਾ ਅਗਰ ਮੇਰੇ ਪੇਰੈਂਟਸ ਦਾ ਡਾਈਵੋਰਸ ਹੋ ਜਾਂਦਾ ਹੈ। What if the bus is late? ਬੱਸ ਲੇਟ ਹੋ ਗਈ ਆ ਔਰ ਉਹ ਟਾਈਮ ਦੇਖੀ ਜਾ ਰਹੀ ਹੈ ਤਾਂ ਕੀ ਹੋਵੇਗਾ। What if my teeth don't grow in straight? ਅਗਰ ਮੇਰੇ ਜਿਹੜੇ ਟੀਥ ਨੇ ਉਹ ਬਿਲਕੁਲ ਟੇਢੇ ਮੇਢੇ ਆ ਜਾਣ ਤਾਂ ਕੀ ਹੋਵੇਗਾ, ਮੈਂ ਬਿਲਕੁਲ ਬਦਸੂਰਤ ਲੱਗਾਂਗੀ ਤਾਂ ਕੀ ਹੋਵੇਗਾ। What if I tore my pants? ਅਗਰ ਮੇਰੀਆਂ ਪੈਂਟਸ ਫਟ ਜਾਂਦੀਆਂ ਨੇ ਤਾਂ ਕੀ ਹੋਵੇਗਾ। ਟੇਅਰ ਦਾ ਮੀਨਿੰਗ ਕੀ ਹੁੰਦਾ ਆ, ਫਟ ਜਾਣਾ। What if I never learn to dance? Here you can see people are dancing and she is standing. ਅਗਰ ਸਾਰੇ ਲੋਕ ਪਾਰਟੀ ਦੇ ਵਿੱਚ ਡਾਂਸ ਕਰ ਰਹੇ ਹੋਣ ਅਤੇ ਮੈਨੂੰ ਡਾਂਸ ਕਰਨਾ ਹੀ ਨਾ ਆਵੇ ਤਾਂ ਕੀ ਹੋਵੇਗਾ। Everything seems swell and then the night time what if strikes again? ਅਤੇ ਉਹ ਕਹਿੰਦੀ ਹੈ ਕਿ ਸਾਰਾ ਕੁਛ ਇੱਦਾਂ ਹੀ ਰੋਜ਼ ਚੱਲਦਾ ਰਹਿੰਦਾ ਆ, ਰਾਤ ਆਉਂਦੀ ਹੈ ਅਤੇ ਇੱਦਾਂ ਦੇ ਹੀ ਵਾਟ ਇਫਸ ਜਿਹੜੇ ਆ ਮੇਰੇ ਮਾਇੰਡ 'ਚ ਆਉਂਦੇ ਰਹਿੰਦੇ ਨੇ। ਮੈਂ ਰੋਜ਼ ਲੇਟਦੀ ਹਾਂ ਅਤੇ ਬਹੁਤ ਸਾਰੀਆਂ ਚੀਜ਼ਾਂ ਮੇਰੇ ਮਾਇੰਡ ਦੇ ਵਿੱਚ ਇੱਦਾਂ ਹੀ ਆਉਂਦੀਆਂ ਰਹਿੰਦੀਆਂ ਅਤੇ ਇਹ ਸਾਰੇ ਜਿਹੜੇ ਵਾਟ ਇਫਸ ਨੇ ਉਹ ਮੇਰੇ ਮਾਇੰਡ ਨੂੰ ਰੋਜ਼ ਸਟਰਾਈਕ ਕਰਦੇ ਨੇ। ਸਟਰਾਈਕ ਕਰਨਾ ਮੀਨਸ ਉਹਦੇ ਮਾਇੰਡ ਦੇ ਵਿੱਚ ਰੋਜ਼ ਇਹ ਵਾਲੇ ਖਿਆਲਾਤ ਆਉਂਦੇ ਰਹਿੰਦੇ ਹਨ। ਸੋ ਇਹ ਸੀ ਆਪਣੀ ਪੋਇਮ ਰਿਟਨ ਬਾਏ ਸ਼ੈਲ ਸਿਲਵਰਸਟੇਨ। ਠੀਕ ਹੈ, ਛੋਟੀ ਜਿਹੀ ਪੋਇਮ ਸੀ। ਆਪਾਂ ਇਹਦੀਆਂ ਪੋਇਟਿਕ ਡਿਵਾਈਸਿਸ ਐਂਡ ਸਮਰੀ ਨੂੰ ਡਿਸਕਸ ਕਰ ਲੈਂਦੇ ਹਾਂ। ਦਿਸ ਪੋਇਮ ਇਜ਼ ਰਿਟਨ ਇਨ ਚਾਈਲਡਸ ਵੋਇਸ। ਤੁਸੀਂ ਇਸ ਪੋਇਮ ਨੂੰ ਪੜ੍ਹਿਆ, ਤੁਸੀਂ ਦੇਖਿਆ ਇੱਕ ਛੋਟੀ ਬੱਚੀ ਗੱਲ ਕਰ ਰਹੀ ਹੈ ਅਤੇ ਉਹਦੇ ਪੁਆਇੰਟ ਆਫ ਵਿਊ ਤੋਂ ਹੀ ਇਹ ਸਾਰੀ ਸਟੋਰੀ ਲਿਖੀ ਗਈ ਹੈ। The narrator worries about whether the teeth will grow straight, whether the hairs might grow on his chest. The narrator's wild imagination shows that he is still a child and his way of thinking is very limited. ਤੁਸੀਂ ਦੇਖ ਰਹੇ ਹੋ ਕਿ ਇਸ ਬੱਚੇ ਨੇ ਆਪਣੀ ਇਮੈਜੀਨੇਸ਼ਨ ਦੇ ਥਰੂ ਆਪਣੀਆਂ ਜਿਹੜੀਆਂ ਭਾਵਨਾਵਾਂ ਨੇ ਉਹ ਤੁਹਾਡੇ ਸਾਹਮਣੇ ਵਿਅਕਤ ਕੀਤੀਆਂ ਨੇ ਕਿ ਅਗਰ ਮੇਰੀ ਲਾਈਫ ਦੇ ਵਿੱਚ ਪ੍ਰੋਬਲਮਸ ਆ ਜਾਣ ਤਾਂ ਕੀ ਹੋਵੇਗਾ। ਇੱਦਾਂ ਦੀਆਂ ਛੋਟੀਆਂ ਛੋਟੀਆਂ ਪ੍ਰੋਬਲਮਸ ਜਿਹੜੀਆਂ ਆਪਣੀ ਲਾਈਫ ਦੇ ਵਿੱਚ ਆਉਂਦੀਆਂ ਰਹਿੰਦੀਆਂ ਨੇ ਤਾਂ ਮੇਰੀ ਲਾਈਫ ਕਿੱਦਾਂ ਦੀ ਹੋਏਗੀ। ਠੀਕ ਹੈ, ਸੋ ਇਸ ਪੋਇਮ ਦੇ ਥਰੂ ਤੁਹਾਨੂੰ ਇੱਕ ਮੈਸੇਜ ਦਿੱਤਾ ਗਿਆ ਹੈ ਕਿ ਤੁਹਾਡੀ ਲਾਈਫ 'ਚ ਕਿੱਦਾਂ ਦੀ ਵੀ ਕੋਈ ਵੀ ਪ੍ਰੋਬਲਮ ਹੋਵੇ ਤੁਸੀਂ ਵਰੀ ਨਹੀਂ ਕਰਨਾ, ਜਸਟ ਤੁਸੀਂ ਉਸ ਦੇ ਉੱਪਰ ਐਕਟ ਕਰਨਾ ਹੈ। ਤੁਸੀਂ ਉਸਨੂੰ ਸਲਿਊਸ਼ਨ ਉਹਦਾ ਫਾਈਂਡ ਆਊਟ ਕਰਨਾ ਹੈ ਕਿ ਕਿੱਦਾਂ ਉਸ ਚੀਜ਼ ਨੂੰ ਅਸੀਂ ਸੋਲਵ ਕਰ ਸਕਦੇ ਹਾਂ। ਇੱਦਾਂ ਨਹੀਂ ਕਿ ਹਰ ਰੋਜ਼ ਤੁਸੀਂ ਬੈਠ ਕੇ ਸਿਰਫ ਸੋਚਦੇ ਰਹੋ ਕਿ ਮੇਰੇ ਨਾਲ ਤਾਂ ਇੱਦਾਂ ਹੋ ਗਿਆ, ਮੇਰੀ ਤਾਂ ਲਾਈਫ ਬਰਬਾਦ ਹੋ ਗਈ। ਇੱਦਾਂ ਨਹੀਂ ਕਰਨਾ। ਜਸਟ ਤੁਹਾਡੀ ਲਾਈਫ 'ਚ ਕੋਈ ਪ੍ਰੋਬਲਮ ਆਉਂਦੀ ਹੈ ਉਸ ਦੇ ਬਾਰੇ, ਉਸ ਦੇ ਸਲਿਊਸ਼ਨ ਬਾਰੇ ਸੋਚੋ, ਉਸ ਨੂੰ ਦੂਸਰੇ ਨਾਲ ਆਪਣੀ ਜਿਹੜੇ ਤੁਹਾਡੇ ਮੈਂਟਰਸ ਨੇ, ਤੁਹਾਡੇ ਪੇਰੈਂਟਸ ਦੇ ਨਾਲ ਡਿਸਕਸ ਕਰੋ ਅਤੇ ਆਪਣੀ ਲਾਈਫ ਨੂੰ ਬਹੁਤ ਹੀ ਹੈਪੀਲੀ ਜੀਓ। ਇੱਦਾਂ ਨਹੀਂ ਕਿ ਸਿਰਫ ਇੱਕ ਹੀ ਪ੍ਰੋਬਲਮ ਲੈ ਕੇ ਬੈਠੇ ਰਹੋ। ਨੈਕਸਟ ਆਪਾਂ ਗੱਲ ਕਰਦੇ ਹੁੰਦੇ ਹਾਂ ਪੋਇਟਿਕ ਡਿਵਾਈਸਿਸ ਦੀ। ਪੋਇਟਿਕ ਡਿਵਾਈਸਿਸ ਦੇਖੋ, personification is used to show the what ifs of narrator as small creature that plants wild ideas into head while he was asleep. ਪਰਸੋਨੀਫਿਕੇਸ਼ਨ ਮਤਲਬ ਬਹੁਤ ਸਾਰੇ ਇੱਦਾਂ ਦੀਆਂ ਗੱਲਾਂ ਉਹਨਾਂ ਨੇ ਦਿਖਾਈਆਂ ਗਈਆਂ ਨੇ ਛੋਟੇ ਛੋਟੇ ਕ੍ਰੀਏਚਰਸ ਨੂੰ ਯੂਜ਼ ਕਰਦੇ ਹੋਏ। ਕ੍ਰੀਏਚਰ ਮਤਲਬ ਹੁੰਦੇ ਨੇ ਜਾਨਵਰ, ਵੈਸੇ ਆਪਾਂ ਵੀ ਇੱਕ ਕ੍ਰੀਏਚਰ ਹੀ ਹਾਂ ਕਿ ਬਹੁਤ ਛੋਟੇ ਛੋਟੇ ਕ੍ਰੀਏਚਰਸ ਨੂੰ ਯੂਜ਼ ਕਰਦੇ ਹੋਏ ਉਹਨਾਂ ਨੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਆਪਾਂ ਨੂੰ ਸਮਝਾਈਆਂ ਨੇ। ਡਿਊ ਟੂ ਦਿਸ ਹੀ ਸਟਾਰਟਸ ਥਿੰਕਿੰਗ ਐਂਡ ਵਰਿੰਗ ਅਬਾਊਟ ਵਟ ਮਾਈਟ ਹੈਪਨ ਟੂ ਹਿਮ,
ਕਿ ਉਹਦੀ ਲਾਈਫ ਦੇ ਵਿੱਚ, ਉਹਦੇ ਫਿਊਚਰ ਦੇ ਵਿੱਚ ਕੀ ਹੋਏਗਾ, ਉਹ ਇਸ ਚੀਜ਼ ਬਾਰੇ ਵਰਿਡ ਕਰ ਰਹੀ ਹੈ। ਹੈਂਸ ਹੀ ਡਿਸਲਾਈਕਸ ਹਿਜ਼ ਇਮੈਜੀਨੇਸ਼ਨ। ਜਦੋਂ ਇੱਦਾਂ ਦੀਆਂ ਵਰੀਜ਼ ਉਹ ਦੁਬਾਰਾ ਸੋਚ ਲੈਂਦੀ ਤਾਂ ਉਹਨੂੰ ਆਪਣੀ ਇਮੈਜੀਨੇਸ਼ਨ ਜਿਹੜੀ ਆ ਉਹ ਬਿਲਕੁਲ ਵੀ ਪਸੰਦ ਨਹੀਂ ਆਉਂਦੀ। ਠੀਕ ਹੈ, ਦਿਸ ਇਜ਼ ਸ਼ੋਡ ਇਨ ਦ ਲਾਸਟ line of the poem where a narrator says that night time what if strikes again। ਉਹਨੂੰ ਵੀ ਪਤਾ ਹੈ ਕਿ ਜਦੋਂ ਅਗਲੀ ਰਾਤ ਦੁਬਾਰਾ ਆਏਗੀ ਔਰ ਉਹ ਦੁਬਾਰਾ ਸੋਏਗੀ ਤਾਂ ਉਹਦੇ ਮਾਈਂਡ 'ਚ ਇਹ ਵਾਲੇ ਵਾਟ ਇਫਸ ਦੁਬਾਰਾ ਆਉਣਗੇ ਹੀ। ਤਾਂ ਉਸਨੂੰ ਪਤਾ ਹੈ ਕਿ ਇਹਨਾਂ ਵਾਟ ਇਫਸ ਦਾ ਕੋਈ ਮਤਲਬ ਨਹੀਂ ਹੈ, ਲੇਕਿਨ ਉਹ ਦੁਬਾਰਾ ਫਿਰ ਉਹੀ ਚੀਜ਼ਾਂ ਨੂੰ ਸੋਚੇਗੀ। ਉਹਨੂੰ ਗਰੋ ਕਰਨਾ ਚਾਹੀਦਾ ਹੈ। ਜਦੋਂ ਉਹ ਵੱਡੀ ਹੁੰਦੀ ਰਹੇਗੀ ਉਹਨਾਂ ਨੂੰ ਆਪਣੀ ਪ੍ਰੋਬਲਮ ਦਾ ਸੋਲਿਊਸ਼ਨ ਮਿਲਦਾ ਰਹੇਗਾ ਅਤੇ ਉਹਦੀ ਜਿਹੜਾ ਮਾਈਂਡ ਸਕੈਪ ਹੈ, ਉਹਦਾ ਜਿਹੜਾ ਬ੍ਰੇਨ ਸੋਚਣ ਦਾ ਨਜ਼ਰੀਆ ਹੈ ਚੀਜ਼ਾਂ ਨੂੰ ਉਹ ਬਦਲਦਾ ਰਹੇਗਾ। ਠੀਕ ਹੈ, ਸੋ ਇਸ ਪੋਇਮ ਤੋਂ ਤੁਹਾਨੂੰ ਇੰਨਾ ਹੀ ਸਮਝਾਇਆ ਗਿਆ ਵਾ ਕਿ ਤੁਸੀਂ ਆਪਣੀ ਲਾਈਫ ਦੀਆਂ ਵਰੀਜ਼ ਨੂੰ ਜ਼ਿਆਦਾ ਤੁਹਾਡੇ 'ਤੇ ਹੈਵੀ ਨਹੀਂ ਹੋਣ ਦੇਣਾ, ਅਤੇ ਤੁਹਾਡੀ ਲਾਈਫ 'ਚ ਅਗਰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਸ ਨੂੰ ਸੋਲਵ ਕਰਨ ਦੇ ਲਈ ਸਲਿਊਸ਼ਨਸ ਲੱਭਣੇ ਨੇ। ਠੀਕ ਹੈ, ਆਈ ਹੋਪ ਯੂ ਲਾਈਕ ਦਿਸ poem and my explanation. Thank you.